13 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੇ ਕਾਰੋਬਾਰ ਨੂੰ ਸਾਂਭਣਾ ਸ਼ੁਰੂ ਕੀਤਾ। ਮੈਂ ਛੋਟੀ ਜਿਹੀ ਉਮਰ ਦੇ ਵਿੱਚ ਟਰੱਕ ਚਲਾਉਣ ਲੱਗ ਗਿਆ ਸੀ। ਸਾਡੇ ਫਾਦਰ ਸਾਹਿਬ ਦਾ ਟਰੱਕ ਹੁੰਦਾ ਸੀ। ਸੋ ਉਹ ਜ਼ਿੰਮੇਵਾਰੀਆਂ ਹੌਲੀ-ਹੌਲੀ ਮੇਰੇ ਤੇ ਵੱਧਦੀਆਂ ਗਈਆਂ। ਮੇਰੇ ਸਿਰ ਇੱਕ ਜ਼ਿੰਮੇਵਾਰੀ ਦਾ ਬੋਝ ਖੜਾ ਰਹਿਣ ਲੱਗ ਗਿਆ ਸੀਗਾ। 13 ਸਾਲ ਦੀ ਉਮਰ ਦੇ ਵਿੱਚ ਮੈਂ 2000-3000 ਰੁਪਏ ਦਿਹਾੜੀ ਬਣਾਉਣ ਲੱਗ ਗਿਆ ਸੀ, ਜਦ ਕਿ ਉਸ ਟਾਈਮ ਦਾ ਸਮਾਂ ਤੁਸੀਂ ਜੇ ਗੱਲ ਕਰੋਗੇ ਮਹਿੰਗਾਈ ਤਾਂ ਕੁਛ ਵੀ ਨਹੀਂ ਸੀਗੀ। ਸਭ ਤੋਂ ਪਹਿਲਾਂ ਮੈਨੂੰ ਭੁੱਕੀ ਤੇ ਲਾਇਆ ਯਾਰਾਂ ਦੋਸਤਾਂ ਨੇ ਵੀ ਜੋ ਨਸ਼ਾ ਕਰਦੇ ਸੀਗੇ। ਹੌਲੀ-ਹੌਲੀ ਜਿਵੇਂ ਮੇਰੀ ਤ੍ਰਿਸ਼ਨਾ ਵੱਧਦੀ ਗਈ ਤਾਂ ਮੈਨੂੰ ਉਹ ਆਪਣੀ ਚਾਟ ਤੇ ਲਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। 7 ਸਾਲ ਮੈਂ ਨਸ਼ਾ ਕੀਤਾ, ਫੀਮ, ਡੋਡੇ, ਚਰਸ, ਗੰਜਾ, ਸਮੈਕ, ਭੁੱਕੀ ਤੱਕ ਮੈਂ ਪਹੁੰਚ ਚੁੱਕਿਆ ਸੀਗਾ। ਮੇਰੇ ਹੱਥਾਂ ਦੇ ਵਿੱਚ ਸਿਗਰਟ ਦੇਖ ਕੇ ਤੇ ਮੈਨੂੰ ਮਾਤਾ ਮਨ ਭਰ ਕੇ ਰੋਣ ਲੱਗੀ ਤਾਂ ਮਾਤਾ ਨੇ ਆਪਣਾ ਹੱਥ ਮੇਰੇ ਆਪਣੇ ਸਿਰ ਦੇ ਉੱਤੇ ਰੱਖਿਆ। ਸਿਰ ਦੇ ਉੱਤੇ ਹੱਥ ਰੱਖ ਕੇ ਕਿਹਾ ਵੀ ਪੁੱਤ ਕਸਮ ਖਾ। ਤੇ ਉਸ ਟਾਈਮ ਦੇ ਵਿੱਚ ਮਾਂ ਦਾ ਮਨ ਭਰਿਆ ਹੋਇਆ, ਉਹਦਾ ਚਿਹਰਾ ਉਦਾਸ ਹੋਇਆ ਦੇਖ ਕੇ ਮੈਨੂੰ ਝੂਠੀ ਸਹੁੰ ਖਾਣੀ ਪੈ ਗਈ। ਉਸ ਟਾਈਮ ਦੇ ਵਿੱਚ ਪਹਿਲੇ ਦਿਨ ਦੇ ਸਮਾਗ ਨੇ ਮੈਨੂੰ ਥੋੜ੍ਹਾ ਜਿਹਾ ਤੋੜ ਮਰੋੜ ਦਿੱਤਾ ਸੀਗਾ ਤੇ ਮੇਰੇ ਕੁਛ ਗੱਲਾਂ ਮਨ ਬਣਾਇਆ ਤੇ ਉਦੋਂ ਬਾਅਦ ਮੈਨੂੰ ਉਹਨਾਂ ਨੇ ਪੱਕਾ ਹੀ ਕਰ ਲਿਆ ਵੀ 2 ਦੀਵਾਨ ਹੈਗੇ ਆ ਵੀ ਤੁਸੀਂ ਸਾਡੇ ਨਾਲ ਹੀ ਹੋਣਾ ਵਾ। ਚਲੋ ਮੈਂ ਵੀ ਮਨ 'ਚ ਪੱਕਾ ਬਣਾ ਲਿਆ ਵੀ ਚੱਲ ਕੋਈ ਗੱਲ ਨਹੀਂ, 3 ਦਿਨ ਨੇ। ਸੋ 3 ਦਿਨਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖਤੀ। ਜਦੋਂ ਕਿਤੇ ਮੈਨੂੰ ਨਸ਼ੇ ਦੀ ਲੱਤ ਲੱਗਣੀ ਜਾਂ ਕਿਤੇ ਮੇਰੇ ਮਨ ਨੇ ਕਿਤੇ ਮੈਨੂੰ ਉਹ ਚੀਜ਼ ਨੂੰ ਮੰਗਣਾ ਤੇ ਮੈਂ ਉਦੋਂ ਗੁਰੂ ਸਾਹਿਬ ਦੀ ਜੋ ਮੇਰੀ ਦਸਤਾਰ ਸੀ ਮੇਰੇ ਉਸ ਟਾਈਮ ਦੇ ਵਿੱਚ ਮੇਰੇ ਸਿਰ ਦੇ ਉੱਤੇ ਲਈ, ਤਾਂ ਮੈਂ ਉਸ ਚੀਜ਼ ਦੀ ਕਦਰ ਕਰਨੀ ਵੀ ਲੋਕ ਮੇਰੇ ਬਾਰੇ ਕੀ ਕਹਿਣਗੇ, ਵੀ ਮੈਂ ਸਰਦਾਰ ਹੋ ਕੇ ਸਿਗਰਟ ਪੀਵਾਂ। ਨਸ਼ਾ 1 ਮਿੰਟ 'ਚ ਛੱਡਿਆ ਜਾਂਦਾ, ਪਰ ਸਾਡੀ ਇੱਕ ਚਾਹ ਹੋਣੀ ਚਾਹੀਦੀ ਆ, ਸਾਡੀ ਇੱਕ ਤਮੰਨਾ ਹੋਣੀ ਚਾਹੀਦੀ ਹੈ, ਸਾਡਾ ਇੱਕ ਵਾਈ ਕਲੀਅਰ ਹੋਣਾ ਚਾਹੀਦਾ ਵੀ ਅਸੀਂ ਨਸ਼ਾ ਛੱਡਣਾ ਕਿਉਂ ਆ, ਇੱਕ ਕਾਰਨ ਹੋਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਵੀਰ ਰਾਹੀ ਔਰ ਤੁਸੀਂ ਦੇਖ ਰਹੇ ਹੋ ਦਾ TV NRI। ਅੱਜ ਗੱਲ ਕਰਦੇ ਹਾਂ ਨਸ਼ਿਆਂ ਦੀ, ਉਸ ਨਸ਼ਿਆਂ ਦੀ ਜਿਸ ਨੇ ਜੋ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰ ਦਿੱਤਾ ਹੈ। ਜ਼ਿਆਦਾਤਰ ਘਰਾਂ ਦੇ ਵਿੱਚ ਅੱਜ ਕੱਲ੍ਹ ਜੋ ਹੈ ਨਸ਼ਾ ਲੋਕੀ ਜਿਹੜੇ ਪਰਿਵਾਰ ਦੇ ਮੈਂਬਰ ਨੇ, ਕਈ ਸਾਰੇ ਨੌਜਵਾਨ ਨੇ, ਉਹ ਕਰਦੇ ਨਜ਼ਰ ਆਉਂਦੇ ਨੇ। ਲੇਕਿਨ ਇੱਕ ਸ਼ਖਸ ਸਾਡੇ ਨਾਲ ਇਹੋ ਜਿਹੇ ਹੈ ਜੋ ਹਰ ਤਰ੍ਹਾਂ ਦਾ ਨਸ਼ਾ ਕਰਦੇ ਸੀ, ਲੇਕਿਨ ਗੁਰੂ ਦੇ ਨਾਲ ਜੁੜ ਕੇ ਉਹਨਾਂ ਨੇ ਜੋ ਹੈ ਆਪਣੇ ਨਸ਼ੇ ਨੂੰ, ਆਪਣੀ ਨਸ਼ੇ ਦਾ ਜਿਹੜੀ ਆਦਤ ਸੀ ਉਸ ਨੂੰ ਛੱਡਿਆ। ਸਾਡੇ ਨਾਲ ਨੇ ਤਨਵੀਰ ਸਿੰਘ ਜੀ, ਜਿਨ੍ਹਾਂ ਨੇ ਜੋ ਹੈ ਆਪਣੇ ਨਸ਼ੇ ਨੂੰ ਕਿਸ ਤਰ੍ਹਾਂ ਤਿਆਗਿਆ, ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਤਨਵੀਰ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰਾ ਸੰਦੇਹ ਇਹੀ ਆ ਵੀ ਜੋ ਸੰਸਾਰ ਦੇ ਵਿੱਚ ਲੋਕ ਆਪਣੀ ਮੱਤ ਲੈ ਕੇ ਆਪਣੀ ਜ਼ਿੰਦਗੀ ਦਾ ਇੱਕ ਟਰੈਕ ਚੇਂਜ ਕਰਦੇ ਨੇ, ਸੋ ਗੁਰੂ ਸਾਹਿਬ ਨੇ ਮੇਰੇ ਨਾਲ ਵੀ ਇੱਕ ਇੱਦਾਂ ਦੀ ਮੇਰੇ ਸਮੇਂ ਨੂੰ ਚੇਂਜ ਕੀਤਾ। ਮੇਰੇ ਨਾਲ ਇੱਕ ਹਾਦਸਾ ਹੋਇਆ। ਮੈਂ ਇੱਕ ਗੱਲ ਜਾਣਨਾ ਚਾਹਾਂਗਾ ਕਿ ਤੁਸੀਂ ਪਹਿਲਾਂ ਜਿਹੜੇ ਸੀ ਸ਼ੁਰੂ ਤੋਂ ਕੇਸ ਰੱਖਦੇ ਸੀ, ਜਾਂ ਮਤਲਬ ਜਿਹੜਾ ਆਪਣੇ ਬਚਪਨ ਤੋਂ ਥੋੜ੍ਹਾ ਚਾਨਣਾ ਪਾਓਗੇ, ਕਿਸ ਤਰ੍ਹਾਂ ਤੁਸੀਂ ਪਰਿਵਾਰ ਤੁਹਾਡਾ ਰਹਿੰਦਾ ਸੀ, ਕਿਸ ਤਰ੍ਹਾਂ ਤੁਸੀਂ ਜਿਹੜਾ ਨਸ਼ੇ ਦੀ ਆਦਤਾਂ ਤੁਹਾਨੂੰ ਲੱਗੀਆਂ, ਔਰ ਕਿਸ ਤਰ੍ਹਾਂ ਜੋ ਹੈ ਤੁਸੀਂ ਹੁਣ ਸਿੱਖੀ ਸਰੂਪ ਵਿੱਚ ਦਿਖਾਈ ਦਿੰਦੇ ਹੋ, ਅੰਮ੍ਰਿਤਧਾਰੀ ਹੋ, ਤਾਂ ਕਿੱਦਾਂ ਦਾ ਮਤਲਬ ਇੱਕਦਮ ਦੀ ਲਾਈਫ ਵਿੱਚ ਜਿਹੜਾ ਚੇਂਜ ਆਇਆ ਉਹ ਕਿੱਦਾਂ ਆਇਆ? ਸੋ ਮੇਰੀ ਜ਼ਿੰਦਗੀ ਦਾ ਸੰਘਰਸ਼ ਰਿਹਾ ਜੀ। ਮੈਂ ਬਚਪਨ ਦੇ ਵਿੱਚ ਜਦੋਂ ਸਾਡੀ ਨਿਆਣੀ ਮੱਤ ਹੁੰਦੀ ਹੈ, ਜਿਵੇਂ ਆਪਾਂ ਆਪਣਾ ਬਚਪਨਾ ਬਤੀਤ ਕਰਦੇ ਹਾਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ, ਸਾਡੇ ਬਹੁਤ ਦੋਸਤ ਹੁੰਦੇ ਆ, ਸਾਡੇ ਕਲਾਸ ਫੈਲੋ ਹੁੰਦੇ ਨੇ ਜੋ ਸਾਡੇ ਨਾਲ, ਜੋ ਅੱਜ ਤੱਕ ਵੀ ਸਾਡੇ ਨਾਲ ਜੁੜੇ ਹੋਏ ਨੇ। ਕਿਤੇ ਨਾ ਕਿਤੇ ਸਾਡੇ ਉਹ ਸਫ਼ਰ ਦੇ ਵਿੱਚ ਕੋਈ ਇਹੋ ਜਿਹੇ ਦੋਸਤ ਮਿਲ ਜਾਂਦੇ ਆ ਜਿਨ੍ਹਾਂ ਦੇ ਮਿਲਣ ਕਰਕੇ ਸਾਡਾ ਜੀਵਨ ਖਰਾਬ ਹੋ ਜਾਂਦਾ ਵਾ। ਸੋ ਉਸੇ ਕਰਕੇ ਮੈਂ ਵੀ ਆਪਣੀ ਜ਼ਿੰਦਗੀ ਦਾ ਬਹੁਤ ਸੰਘਰਸ਼ ਕੱਢਿਆ ਅਤੇ ਮੈਂ ਆਪਣੇ ਬਚਪਨ ਤੋਂ ਜਦੋਂ ਮੈਂ ਆਪਣੀ ਸਟੱਡੀ ਨੂੰ ਕੰਪਲੀਟ ਕੀਤਾ ਤੇ ਸਟੱਡੀ ਦੀ ਕੰਪਲੀਟ ਕਰਨ ਤੋਂ ਬਾਅਦ ਕਿ ਮੇਰੇ ਪਿਤਾ ਜੀ ਬਿਮਾਰ ਰਹਿਣ ਲੱਗ ਗਏ ਸੀਗੇ, ਉਸ ਕਰਕੇ ਮੈਨੂੰ ਆਪਣੀ ਪੜ੍ਹਾਈ ਵਿੱਚ ਹੀ ਛੱਡਣੀ ਪਈ। ਸੋ ਉਸ ਕਰਕੇ ਮੈਂ ਆਪਣੇ 13 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੇ ਕਾਰੋਬਾਰ ਨੂੰ ਸਾਂਭਣਾ ਸ਼ੁਰੂ ਕੀਤਾ। ਮੈਂ ਛੋਟੀ ਜਿਹੀ ਉਮਰ ਦੇ ਵਿੱਚ ਟਰੱਕ ਚਲਾਉਣ ਲੱਗ ਗਿਆ ਸੀ। ਸਾਡੇ ਫਾਦਰ ਸਾਹਿਬ ਦਾ ਟਰੱਕ ਹੁੰਦਾ ਸੀ। ਸੋ ਉਹ ਜ਼ਿੰਮੇਵਾਰੀਆਂ ਹੌਲੀ-ਹੌਲੀ ਮੇਰੇ ਤੇ ਵੱਧਦੀਆਂ ਗਈਆਂ। ਮੇਰੇ ਸਿਰ ਇੱਕ ਜ਼ਿੰਮੇਵਾਰੀ ਦਾ ਬੋਝ ਖੜਾ ਰਹਿਣ ਲੱਗ ਗਿਆ ਸੀਗਾ। ਤੇ ਜਦੋਂ ਮੈਂ ਕਿਉਂ ਦੇਖੋ, ਹਰ ਇੱਕ ਇਨਸਾਨ ਜਦੋਂ ਵੀ ਕੋਈ ਕੰਮ ਕਰਦਾ ਜਾਂ ਤਾਂ ਕਿਤੇ ਸ਼ੌਂਕ ਲਈ ਜਾਂ ਮਜਬੂਰੀ ਲਈ, ਪਹਿਲਾਂ ਮੇਰਾ ਜੋ ਕੰਮ ਸਿੱਖਿਆ ਸੀ ਮੇਰੀ ਸ਼ੌਂਕ ਲਈ ਸੀ, ਉਹ ਸ਼ੌਂਕ ਮੇਰਾ ਕਿਤੇ ਨਾ ਕਿਤੇ ਮੇਰੀ ਮਜਬੂਰੀ ਦੇ ਵਿੱਚ ਬਦਲ ਗਿਆ। ਸੋ ਮਜਬੂਰੀਆਂ ਮੇਰੇ ਉੱਤੇ ਪਈਆਂ ਤਾਂ ਮੈਂ ਕਾਰੋਬਾਰ ਦੇ ਵਿੱਚ ਮੈਂ ਬਹੁਤ ਤਰੱਕੀ ਕੀਤੀ ਉਸ ਸਮੇਂ ਦੇ ਵਿੱਚ, ਛੋਟੀ ਜਿਹੀ ਉਮਰ ਦੇ ਵਿੱਚ। ਤੇ ਉਦੋਂ ਯਾਨੀ ਕਿ ਕਹਿਣ ਦਾ ਮਤਲਬ ਵੀ ਮੇਰੇ ਦੇ ਵਿੱਚ ਉਹ ਕੁਆਲਿਟੀ ਸੀ ਕੰਮ ਕਰਨ ਦੀ, ਜਾਂ ਮੇਰੇ 'ਚ ਇੱਕ ਤ੍ਰਿਸ਼ਨਾ ਸੀਗੀ ਕੰਮ ਕਰਨ ਦੀ। ਮੈਂ ਉਹ ਚੀਜ਼ ਨੂੰ ਯਾਨੀ ਕਿ ਸਿੱਖਿਆ ਤੇ ਸਿੱਖ ਕੇ ਕੀਤਾ। ਸੋ ਮੈਂ 13 ਸਾਲ ਦੀ ਉਮਰ ਦੇ ਵਿੱਚ ਮੈਂ 2000-3000 ਰੁਪਏ ਦਿਹਾੜੀ ਬਣਾਉਣ ਲੱਗ ਗਿਆ ਸੀ, ਜਦ ਕਿ ਉਸ ਟਾਈਮ ਦਾ ਸਮਾਂ ਤੁਸੀਂ ਜੇ ਗੱਲ ਕਰੋਗੇ ਮਹਿੰਗਾਈ ਤਾਂ ਕੁਛ ਵੀ ਨਹੀਂ ਸੀਗੀ। ਤੇ ਉਦੋਂ ਮੇਰੀ ਜੇਬ ਦੇ ਵਿੱਚ ਪੈਸਾ ਵੀ ਹੋਣਾ, ਚਲੋ ਮੈਂ ਯਾਰ ਵੀ ਕਮਾਏ ਹੋਏ ਸੀ, ਆਪਣੇ ਦੋਸਤ ਕਮਾਏ ਹੋਏ ਸੀ, ਚੰਗੀ ਵੀ ਸੰਗਤ ਸੀ, ਕੁਛ ਬੁਰੇ ਮੇਰੇ ਨਾਲ ਜੁੜ ਚੁੱਕੇ ਸੀਗੇ।
ਸੋ ਕਿਤੇ ਨਾ ਕਿਤੇ ਉਹਨਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਜੋ ਮੇਰੀ ਜੇਬ ਦੇ ਵਿੱਚ ਮਾਇਆ ਹੋਣੀ, ਉਹਨਾਂ ਨੂੰ ਕਿਤੇ ਨਾ ਕਿਤੇ ਉਹ ਗੱਲ ਖਟਕਣੀ ਵੀ ਤਨਵੀਰ ਕਿਤੇ ਆਪਦੇ ਕੰਮ ਲੱਗਿਆ ਹੋਇਆ ਵਾ, ਵੀ ਇਹਨੂੰ ਆਪਾਂ ਆਪਦੇ ਕਿਤੇ ਨਸ਼ੇ ਦੀ ਚਾੜ ਦੇ ਵਿੱਚ ਲਾ ਕੇ ਇਹਦੇ ਕੋਲੋਂ ਆਪਾਂ ਕੋਈ ਨਾ ਕੋਈ ਫਾਇਦਾ ਕਰ ਲਈਏ। ਸੋ ਮੈਂ ਕਿਤੇ ਉਹਨਾਂ ਨਾਲ ਜਦੋਂ ਬੈਠਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਕਿਤੇ ਆਪ ਜਦੋਂ ਮੈਂ ਬਹਿਣਾ, ਮੈਂ ਤਾਂ ਮੈਨੂੰ ਇੰਨੀ ਉਦੋਂ ਕਰੇਜ਼ ਨਹੀਂ ਸੀ ਨਸ਼ੇ ਦਾ ਕੁਛ, ਜਿਵੇਂ ਆਪਾਂ ਆਮ ਨਵੇਂ ਮੁੰਡੇ ਨੂੰ ਕਿਸੇ ਨੂੰ ਨਸ਼ੇ ਤੇ ਲਾਉਣਾ ਹੋਵੇ ਤਾਂ ਉਹਨੂੰ ਕਿਤੇ ਨਾ ਕਿਤੇ ਨਸ਼ਾ ਉਹ ਪਹਿਲਾਂ ਪ੍ਰਮੋਟ ਕੀਤਾ ਜਾਂਦਾ, ਉਹਨੂੰ ਆਪਦੇ ਪੱਲਿਓਂ ਖਵਾਉਣਾ ਪੈਂਦਾ ਵਾ। ਸੋ ਉਸ ਨਾਲ ਮੇਰੇ ਨਾਲ ਬਹੁਤ ਇਹੋ ਜਿਹੀਆਂ ਘਟਨਾਵਾਂ ਹੋਈਆਂ ਤੇ ਮੈਂ ਜਵਾਬ ਦਿਆ ਕਰਨਾ ਵੀ ਨਹੀਂ ਮੈਂ ਖਾਣਾ ਨਹੀਂ ਹੈਗਾ, ਤੇ ਉਹਨਾਂ ਨੇ ਮੈਨੂੰ ਉਹ ਨਸ਼ੇ ਤੇ ਹੌਲੀ ਆਪਦਾ ਪ੍ਰੇਰਿਤ ਕਰਤਾ, ਮੈਨੂੰ ਆਪਣੇ ਵੱਲ ਆਕਰਸ਼ਿਤ ਕਰਤਾ। ਤੇ ਜੋ ਮੈਂ ਸਮਾਂ ਆਪਣੇ ਕੰਮ ਦੇ ਉੱਤੇ ਲਾਉਂਦਾ ਸੀ ਉਹ ਮੈਂ ਆਪਣਾ ਸਮਾਂ ਨਸ਼ੇ ਤੇ ਵੇਸਟ ਕਰਨ ਲੱਗ ਗਿਆ। ਜੋ ਮੇਰੀ ਕਮਾਈ ਸੀ ਜੇਬ ਦੀ ਉਹ ਮੇਰੀ ਘਟਣੀ ਸ਼ੁਰੂ ਹੋ ਗਈ, ਬੁਰੀ ਸੰਗਤ ਨਾਲ ਬੈਠਣਾ ਸ਼ੁਰੂ ਕਰ ਦਿੱਤਾ। ਸੋ ਉਹਨਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਇਹੋ ਜਿਹਾ ਮੋੜ ਪਾਤਾ ਵੀ ਮੈਂ ਤਰੱਕੀ ਕਰਨ ਦੀ ਬਜਾਏ ਮੈਂ ਪਿੱਛੇ ਨੂੰ ਮੁੜਨ ਲੱਗ ਗਿਆ। ਸੋ ਮੈਂ ਸਭ ਤੋਂ ਪਹਿਲਾਂ ਮੈਨੂੰ ਭੁੱਕੀ ਤੇ ਲਾਇਆ ਯਾਰਾਂ ਦੋਸਤਾਂ ਨੇ, ਵੀ ਜੋ ਨਸ਼ਾ ਕਰਦੇ ਸੀਗੇ ਹੌਲੀ ਜਿਵੇਂ ਮੇਰੀ ਤ੍ਰਿਸ਼ਨਾ ਵੱਧਦੀ ਗਈ ਤਾਂ ਮੈਨੂੰ ਆਪਣੀ ਚਾਟ ਤੇ ਲਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਤੇ ਫਿਰ ਬਾਅਦ ਦੇ ਵਿੱਚ ਜਦੋਂ ਮੈਂ ਮੰਗਿਆ ਕਰਨਾ ਨਸ਼ਾ ਤਾਂ ਉਹਨੂੰ ਜਵਾਬ ਦਿਆ ਕਰਨਾ ਵੀ ਤਨਵੀਰ ਸਾਡੇ ਕੋਲ ਤਾਂ ਹੈ ਨਹੀਂ ਯਾਰ, ਵੀ ਤੇਰੇ ਕੋਲ ਪੈਸੇ ਹੈਗੇ ਤੂੰ ਲਿਆ। ਤੇ ਮੇਰੇ ਕੋਲ ਪੈਸਾ ਹੁੰਦਾ ਸੀ ਖੁੱਲ੍ਹਾ, ਚਲੋ ਮੈਂ ਉਹਨਾਂ ਨੂੰ ਪੈਸਾ ਦਿੱਤਾ ਤੇ ਉਹਨਾਂ ਨੇ ਆਪਣਾ ਵੀ ਸਵਾਰਥ ਪੂਰਾ ਕੀਤਾ ਉਸ ਚੀਜ਼ ਦੇ ਵਿੱਚ। ਚਲੋ ਉਹ ਸਮਾਂ ਅੱਗੇ ਲੰਘਦਾ ਗਿਆ, ਹੌਲੀ ਮੇਰਾ ਸਰੀਰ ਘਟਣਾ ਸ਼ੁਰੂ ਹੋ ਗਿਆ, ਨਸ਼ਾ ਵੱਧਦਾ ਗਿਆ, ਸਰੀਰ ਘਟਦਾ ਗਿਆ। ਸੋ ਉਹ ਜਿਹੜਾ ਮੇਰੇ ਤੇ ਉਸ ਟਾਈਮ ਜਿਹੜੀ ਨਸ਼ੇ ਦਾ ਮੇਰੇ ਤੇ ਦੌਰ ਚੱਲਿਆ, ਜੋ ਮੈਨੂੰ ਉਹਨਾਂ ਨੇ ਆਪਣੀ ਨਸ਼ੇ ਦੀ ਚਾਟ, ਦੇਖੋ ਆਪ ਵੀ ਤਾਂ ਉਹ ਆਪਣਾ ਸਰੀਰ ਖਰਾਬ ਹੀ ਕਰ ਰਹੇ ਸੀਗੇ, ਕਿਹੜਾ ਉਹਨਾਂ ਦਾ ਬੈਨੀਫਿਟ ਸੀਗਾ ਉਸ ਚੀਜ਼ ਦੇ ਵਿੱਚ, ਕਿਉਂ ਉਹ ਮੂਰਖ ਸੀ, ਉਹਨਾਂ ਨੂੰ ਸਮਝ ਨਹੀਂ ਸੀਗੀ ਵੀ ਅਸੀਂ ਆਪਣੇ ਜੀਵਨ ਵਿੱਚ ਆਏ ਕੀ ਕਰਨਾ ਤੇ ਸਾਡਾ ਮਨੋਰਥ ਕੀ ਆ। ਸੋ ਇਸ ਤਰ੍ਹਾਂ ਮੈਂ ਜਾਣੀ ਕਿ 7 ਸਾਲ ਮੈਂ ਨਸ਼ਾ ਕੀਤਾ, ਫੀਮ, ਡੋਡੇ, ਚਰਸ, ਗੰਜਾ, ਸਮੈਕ, ਭੁੱਕੀ ਤੱਕ ਮੈਂ ਪਹੁੰਚ ਚੁੱਕਿਆ ਸੀਗਾ। ਤੇ ਹੌਲੀ ਕਿਤੇ ਨਾ ਕਿਤੇ ਵੀ ਮੇਰੇ ਮਾਤਾ ਪਿਤਾ ਨੇ, ਜਦੋਂ ਮੇਰੇ ਫਾਦਰ ਸਾਹਿਬ ਨੂੰ ਜਾਂ ਮੇਰੀ ਮਾਤਾ ਨੂੰ ਪਤਾ ਲੱਗਿਆ ਇਸ ਗੱਲ ਦਾ, ਤਾਂ ਕਿਤੇ ਨਾ ਕਿਤੇ ਉਹ ਸਾਡੀ ਮਾਤਾ ਜੀ ਨੇ ਉਸ ਚੀਜ਼ ਦਾ ਮੇਰੇ ਨਾਲ ਸਵਾਲ ਕੀਤਾ, ਜਾਂ ਮਾਤਾ ਨੂੰ ਪਤਾ ਲੱਗਿਆ ਵੀ ਇਹ ਤਨਵੀਰ ਨਸ਼ੇ ਦੀ ਝਾੜ ਤੇ ਲੱਗ ਗਿਆ। ਮੇਰਾ ਸੋ ਵੱਡਾ ਬ੍ਰਦਰ ਆ, ਉਹਨੇ ਅੱਜ ਤੱਕ ਕਦੇ ਨਸ਼ੇ ਨੂੰ ਹੱਥ ਨਹੀਂ ਲਾਇਆ, ਉਹਨੇ ਕਿਤੇ ਨਾ ਕਿਤੇ ਮੈਨੂੰ ਨਸ਼ਾ ਕਰਦਿਆਂ ਦੇਖਿਆ ਤਾਂ ਮੰਮੀ ਨੂੰ ਦੱਸਣਾ ਕਰਨਾ ਕੀਤਾ। ਮੰਮੀ ਨੇ ਉਹ ਗੱਲ ਦੀ ਜਾਣੀ ਕਿ ਹੰਬੀ ਨਹੀਂ ਭਰਨੀ ਵੀ ਇਹ ਤੂੰ ਝੂਠ ਬੋਲਦਾ ਪਿਆ, ਵੀ ਮੇਰਾ ਪੁੱਤ ਕਦੇ ਗਲਤ ਕੰਮ ਨਹੀਂ ਕਰ ਸਕਦਾ। ਕਿਉਂ ਹਰ ਇੱਕ ਮਾਪੇ ਨੂੰ ਵਡਿਆਈ ਹੁੰਦੀ, ਆਪਣੇ ਬੱਚੇ ਤੇ ਮਾਣ ਹੁੰਦਾ ਵੀ ਉਹ ਚੰਗਾ ਹੀ ਕਰਦਾ, ਕਿ ਉਹਨਾਂ ਨੂੰ ਪਤਾ ਵੀ ਅਸੀਂ 10 ਨੂੰਹਾਂ ਦੀ 20 ਨੂੰਹਾਂ ਦੀ ਕਿਰਤ ਕਮਾਈ ਕਰਕੇ ਆਪਣੇ ਬੱਚੇ ਨੂੰ ਪਾਲ ਰਹੇ ਹਾਂ। ਸੋ ਕਿਤੇ ਇੱਕ ਇਹੋ ਜਿਹਾ ਮੇਰੇ ਨਾਲ ਹਾਦਸਾ ਹੋਇਆ, ਮੈਂ ਨੁੱਕਰ ਤੇ ਖੜਾ ਸਿਗਰਟ ਪੀ ਰਿਹਾ ਸੀਗਾ ਤੇ ਮੇਰੇ ਬ੍ਰਦਰ ਨੇ ਆਏ ਦੇਖਿਆ, ਮੈਨੂੰ ਦੇਖ ਕੇ ਉਹ ਪਾਸਾ ਵੱਟ ਕੇ ਘਰ ਨੂੰ ਵਾਪਸ ਚਲੇ ਗਿਆ। ਸੋ ਗੱਲ ਉਹ ਹੋਈ ਸੀ ਮਾਤਾ ਜੀ ਨਾਲ, ਤੇ ਮਾਤਾ ਜੀ ਨੂੰ ਜਦੋਂ ਜਾ ਕੇ ਦੱਸਿਆ ਤਾਂ ਵੀ ਮਾਤਾ ਵੀ ਤੇਰਾ ਪੁੱਤ ਦੇਖ ਵੀ ਉਧਰ ਨੁੱਕਰ ਤੇ ਖੜਾ ਸਿਗਰਟ ਪੀਂਦਾ ਵੇ, ਤੂੰ ਮੇਰੀ ਗੱਲ ਦਾ ਯਕੀਨ ਨਹੀਂ ਕਰਦੀ। ਤੇ ਉਸ ਤੋਂ ਬਾਅਦ ਮਾਤਾ ਜੀ ਨਾਲ ਬੈਠ ਕੇ ਆ ਗਏ ਤਾਂ ਮੇਰੇ ਮੂੰਹ ਦਾ ਧੂਆਂ ਜਿਹੜਾ ਸੀਗਾ ਉਹ ਮੇਰੇ ਮੂੰਹ ਦੇ ਵਿੱਚ ਹੀ ਰਹਿ ਗਿਆ ਤੇ ਮੇਰੇ ਤੋਂ ਬਾਹਰ ਨਹੀਂ ਨਿਕਲਿਆ। ਤੇ ਉਸ ਟਾਈਮ ਦੇ ਵਿੱਚ ਮੇਰੇ ਹੱਥ 'ਚ ਸਿਗਰਟ ਜੋ ਫੜੀ ਸੀ, ਮੈਂ ਉਸ ਟਾਈਮ ਦੇ ਵਿੱਚ ਮੈਂ ਉਹ ਚੀਜ਼ ਮੈਂ ਬਿਆਨ ਨਹੀਂ ਕਰ ਸਕਦਾ ਵੀ ਉਸ ਟਾਈਮ ਦਾ ਜਦੋਂ ਮੇਰੇ ਤੇ ਉਹ ਸੰਕਟ ਆਇਆ ਸੀਗਾ ਵੀ ਮੈਂ ਕੁਝ ਕਹਿ ਨਹੀਂ ਸਕਦਾ ਸੀਗਾ ਉਸ ਚੀਜ਼ ਦੇ ਵਿੱਚ। ਤੇ ਮਾਤਾ ਜੀ ਨੇ ਮੇਰੇ ਨਾਲ ਕੁਝ ਨਹੀਂ ਗੱਲ ਕੀਤੀ, ਮੇਰੇ ਹੱਥਾਂ ਦੇ ਵਿੱਚ ਸਿਗਰਟ ਦੇਖ ਕੇ ਤੇ ਮੈਨੂੰ ਮਾਤਾ ਮਨ ਭਰ ਕੇ ਰੋਣ ਲੱਗੀ ਤਾਂ ਮਾਤਾ ਨੇ ਆਪਣਾ ਹੱਥ ਮੇਰੇ ਆਪਣੇ ਸਿਰ ਦੇ ਉੱਤੇ ਰੱਖਿਆ, ਸਿਰ ਦੇ ਉੱਤੇ ਹੱਥ ਰੱਖ ਕੇ ਕਿਹਾ ਵੀ ਪੁੱਤ ਕਸਮ ਖਾ। ਤੇ ਉਸ ਟਾਈਮ ਦੇ ਵਿੱਚ ਮਾਂ ਦਾ ਮਨ ਭਰਿਆ ਹੋਇਆ, ਉਹਦਾ ਚਿਹਰਾ ਉਦਾਸ ਹੋਇਆ ਦੇਖ ਕੇ ਮੈਨੂੰ ਝੂਠੀ ਸਹੁੰ ਖਾਣੀ ਪੈ ਗਈ ਉਸ ਟਾਈਮ ਦੇ ਵਿੱਚ, ਵੀ ਮੈਂ ਮੂੰਹ ਦੇ ਵਿੱਚ ਕਿਹਾ ਵੀ ਸਹੁੰ ਨਾ ਲੱਗੇ ਤੇ ਮਾਤਾ ਨੂੰ ਕਹਤਾ ਲੱਗੇ, ਠੀਕ ਆ। ਤੇ ਉਹਨਾਂ ਨੇ ਵੀ ਮੇਰੇ ਤੇ ਯਕੀਨ ਕੀਤਾ ਵੀ ਅੱਜ ਤੋਂ ਬਾਅਦ ਮੇਰਾ ਪੁੱਤ ਵੀ ਇਹ ਨਸ਼ੇ ਨਹੀਂ ਕਰੂਗਾ। ਸੋ ਉਸ ਤੋਂ ਬਾਅਦ ਕੀ ਮਹਾਰਾਜ ਨੇ ਕੌਤਕ ਵਰਤਾਇਆ ਵੀ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹਾ ਹਾਦਸਾ ਹੋਇਆ ਵੀ ਮੈਂ ਆਪਣੇ ਉਹ ਕਰਮ ਕਿਰਤ ਦੇ ਨਾਲ ਵੀ ਮੈਂ ਇੱਕ ਉਸ ਟਾਈਮ ਦੇ ਵਿੱਚ ਸੰਤਾਂ ਦੇ ਦੀਵਾਨ ਲੱਗੇ ਸੀਗੇ, 3 ਦਿਨਾਂ ਦਾ ਸਮਾਗਮ ਸੀਗਾ ਉਹ, ਤੇ ਮੈਨੂੰ ਕਿਤੇ ਸੰਗਤ ਮਿਲ ਗਈ 3 ਦਿਨਾਂ ਦਾ, ਯਾਨੀ ਕਿ ਉਹਨਾਂ ਨੇ ਮੇਰੇ ਨਾਲ ਕੀਤਾ ਵੀ ਤੁਸੀਂ ਸਾਨੂੰ ਲੈ ਕੇ ਜਾਇਆ ਕਰੋ, ਵੀ ਅਸੀਂ ਵੀ ਸੰਗਤ 'ਤੇ ਜਾਇਆ ਕਰਨਾ, ਵੀ ਦੀਵਾਨ 'ਤੇ ਤੁਸੀਂ ਚੱਲੋ ਸਾਡੇ ਨਾਲ। ਚਲੋ ਉਸ ਟਾਈਮ ਦਾ ਸਮਾਂ ਸੀਗਾ ਵੀ 8 ਵਜੇ ਤੋਂ ਬਾਅਦ ਹੀ ਜਾਣਾ ਵਾ, ਤੇ ਮਨ ਬਣਾਇਆ, ਮੈਂ ਕਿਹਾ ਚਲੋ ਕੋਈ ਗੱਲ ਨਹੀਂ ਚੱਲਦੇ ਹਾਂ। ਤੇ ਜੀ ਮੈਂ ਉਸ ਟਾਈਮ ਦੇ ਵਿੱਚ ਆਪਣਾ ਸੰਗਤ ਨੂੰ ਲੈ ਕੇ ਮੈਂ ਦਰਸ਼ਨ ਦਿਦਾਰੇ ਕਰਾਉਣ ਵਾਸਤੇ ਉਹਨਾਂ ਨੂੰ ਲੈ ਗਿਆ। ਤੇ ਮੈਂ ਮੱਤ ਮੇਰੀ ਹੈ ਨਹੀਂ ਸੀ, ਮੈਨੂੰ ਗਿਆਨ ਨਹੀਂ ਸੀ ਗੁਰੂ ਸਾਹਿਬ ਦਾ ਵੀ ਮੈਂ ਉਸ ਚੀਜ਼ ਦੇ ਵਿੱਚ ਆ ਕੇ ਵੀ ਜਾਂ ਉਸ ਚੀਜ਼ ਨੂੰ ਸਮਝਾਂ ਕਿ ਉਹ ਦੇਖੋ ਕਹਿੰਦੇ ਜੈਸੀ ਸੰਗਤ ਵੈਸੀ ਰੰਗਤ, ਉਹ ਮੇਰੇ ਤੇ ਸੰਗਤ ਦਾ ਇਹੋ ਜਿਹਾ ਰੰਗ ਚੜ੍ਹਿਆ ਹੋਇਆ ਸੀਗਾ ਵੀ ਉਹ ਭੁਲਾਉਣਾ ਔਖਾ ਸੀ। ਸੋ ਮੈਂ ਆਪਣੀ ਮੱਤ ਦੇ ਨਾਲ ਮੈਂ ਕੀ ਕੀਤਾ, ਮੈਂ ਆਪਣਾ ਸੰਗਤ ਨੂੰ ਲਿਜਾ ਕੇ ਮੈਂ ਪੰਡਾਲ ਦੇ ਬਾਹਰਲੇ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਬੈਠ ਗਿਆ। ਗੱਡੀ ਲਾ ਕੇ ਬੈਠਣ ਤੋਂ ਬਾਅਦ ਜਦੋਂ ਦੀਵਾਨ ਸ਼ੁਰੂ ਹੋਏ, ਦੀਵਾਨਾਂ ਦੀ ਸ਼ੁਰੂਆਤ ਹੋਈ ਤਾਂ ਕਿਤੇ ਨਾ ਕਿਤੇ ਸਾਡੇ ਕੰਨਾਂ ਦੇ ਵਿੱਚ ਉਹ ਗੁਰੂ ਸਾਹਿਬ ਦੀ ਆਵਾਜ਼ ਪੈਂਦੀ ਆ। ਤੇ ਜਦੋਂ ਉਹਨਾਂ ਨੇ ਆਪਣੇ ਉਸ ਟਾਈਮ ਦੇ ਵਿੱਚ 4 ਸਾਹਿਬਜ਼ਾਦਿਆਂ ਦੀ ਯਾਨੀ ਕਿ ਜੀਵਨ ਕਥਾ
ਬਾਰੇ ਦੱਸਿਆ। 3 ਦਿਨਾਂ ਦਾ ਦੀਵਾਨ ਸੀ। ਉਹ 3 ਦਿਨਾਂ ਦੀਵਾਨ ਦੇ ਵਿੱਚ ਜਦੋਂ ਮੈਂ ਪਹਿਲੇ ਦਿਨ ਗਿਆ ਤਾਂ ਮੇਰੇ ਕਿਤੇ ਨਾ ਕਿਤੇ ਉਹ ਕੰਨਾਂ 'ਚ ਆਵਾਜ਼ ਪਈ। ਕਿਤੇ ਨਾ ਕਿਤੇ ਮੈਨੂੰ ਉਸ ਪਹਿਲੇ ਦਿਨ ਦੇ ਸਮਾਗਮ ਨੇ ਮੈਨੂੰ ਥੋੜ੍ਹਾ ਜਿਹਾ ਤੋੜ ਮਰੋੜ ਦਿੱਤਾ ਸੀਗਾ ਅਤੇ ਮੇਰੇ ਕੁਛ ਗੱਲਾਂ ਮਨ ਬਣਾਇਆ ਅਤੇ ਉਦੋਂ ਬਾਅਦ ਮੈਨੂੰ ਉਹਨਾਂ ਨੇ ਪੱਕਾ ਹੀ ਕਰ ਲਿਆ ਵੀ 2 ਦੀਵਾਨ ਹੈਗੇ ਆ ਵੀ ਤੁਸੀਂ ਸਾਡੇ ਨਾਲ ਹੀ ਆਉਣਾ ਵਾ। ਚਲੋ ਮੈਂ ਵੀ ਮਨ 'ਚ ਪੱਕਾ ਬਣਾ ਲਿਆ ਵੀ ਚੱਲ ਕੋਈ ਗੱਲ ਨਹੀਂ 3 ਦਿਨ ਨੇ। ਸੋ 3 ਦਿਨਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖਤੀ। ਸੋ 3 ਦਿਨਾਂ ਦੇ ਵਿੱਚ ਜਦੋਂ ਦੂਸਰਾ ਦੀਵਾਨ ਆਇਆ ਤਾਂ ਦੂਸਰੇ ਦੀਵਾਨਾਂ ਦੇ ਵਿੱਚ ਮੈਂ ਆਪਣੀ ਉਸ ਟੈਕਸੀ 'ਚੋਂ ਨਿਕਲ ਕੇ ਮੈਂ ਦੀਵਾਨਾਂ ਦੀ ਹਾਜ਼ਰੀ ਭਰਨ ਗਿਆ, ਦਰਸ਼ਨ ਦੀਦਾਰੇ ਕੀਤੇ। ਜਦੋਂ ਮੈਂ ਤੀਸਰੇ ਦੀਵਾਨਾਂ ਦੇ ਵਿੱਚ ਗਿਆ ਤਾਂ ਉਦੋਂ ਮੇਰੇ ਮਨ ਦੇ ਵਿੱਚ ਇੰਨਾ ਕੁ ਫਰਕ ਪੈ ਚੁੱਕਿਆ ਸੀਗਾ ਵੀ ਮੇਰੇ ਤੇ ਉਹ ਥੋੜ੍ਹਾ ਜਿਹਾ ਰੰਗ ਚੜ੍ਹ ਚੁੱਕਿਆ ਸੀ। ਸੋ ਮੈਂ ਤੀਸਰੇ ਦੀਵਾਨਾਂ ਦੇ ਵਿੱਚ ਜਦੋਂ ਮੱਥਾ ਟੇਕ ਕੇ ਮੈਂ ਬਿਲਕੁਲ ਮੂਹਰੇ ਪੰਗਤ ਦੇ ਵਿੱਚ ਹੀ ਬਹਿ ਗਿਆ ਅਤੇ ਬਹਿ ਕੇ ਤਾਂ ਮੈਂ ਆਪਣੇ ਮਨ ਦੇ ਵਿੱਚ ਵਿਚਾਰ ਲੈ ਕੇ ਆਇਆ, ਫੁਰਨੇ ਲੈ ਕੇ ਆਇਆ ਉਸ ਚੀਜ਼ ਦੇ ਵਿੱਚ ਵੀ ਮੈਂ ਇੱਥੇ ਦੁਨੀਆ 'ਚ ਆਇਆ ਅਤੇ ਅਸੀਂ ਕਰਨ ਕੀ ਆਇਆ। ਤਾਂ ਮੇਰਾ ਮਨ ਉਦੋਂ ਵਿਰਾਗ ਦੇ ਨਾਲ ਭਰਿਆ। ਮੈਂ ਨੀਵੀਂ ਪਾ ਕੇ ਰੋ ਰਿਹਾ ਸੀਗਾ ਵੀ ਸੱਚੇ ਪਾਤਸ਼ਾਹ ਵੀ ਤੁਸੀਂ ਮੇਰੇ 'ਤੇ ਇੰਨੀ ਮਿਹਰ ਕੀਤੀ ਵੀ ਮੈਨੂੰ ਇੱਕ ਸਮੱਤ ਦਿੱਤੀ ਅਤੇ ਸੰਗਤ ਦਿੱਤੀ। ਸੋ ਉਸੇ ਸੰਗਤ ਨੇ ਮੇਰੀ ਇੱਕ ਜ਼ਿੰਦਗੀ ਨੂੰ ਬਦਲ ਦਿੱਤਾ। ਪਹਿਲੇ ਦਿਨ ਤੋਂ ਜੋ ਮੇਰੀ ਪਹਿਲੀ ਸੰਗਤ ਉਹ ਸੀ, ਮੇਰਾ ਸਭ ਤੋਂ ਵੱਡੀ ਘਟਨਾ ਮੇਰੇ ਲਈ ਉਹ ਸੀਗੀ। ਸੋ ਮੇਰੇ 'ਤੇ ਉਹ ਰੰਗ ਚੜ੍ਹਿਆ। ਹੌਲੀ ਜਦੋਂ ਮੈਂ ਅਰਦਾਸ ਕੀਤੀ ਗੁਰੂ ਸਾਹਿਬ ਅੱਗੇ, ਅਰਦਾਸ ਕੀਤੀ ਸੱਚਾ ਪਾਤਸ਼ਾਹ ਵੀ ਮੇਰੇ ਮਨ ਨੂੰ ਮੋੜੋ ਵੀ ਮੈਂ ਵੀ ਕਿਤੇ ਨਾ ਕਿਤੇ ਵੀ ਉਸ ਸੋਚ ਨੂੰ ਅੱਗੇ ਲੈ ਕੇ ਆਵਾਂ ਵੀ ਆਪਣੇ ਜੀਵਨ ਨੂੰ ਬਦਲਾਂ। ਸੋ ਅਰਦਾਸ ਕੀਤੀ ਤਾਂ ਮਹਾਰਾਜ ਨੇ ਫਿਰ ਐਸੇ ਕੌਤਕ ਵਰਤੇ ਵੀ ਮੇਰੇ ਨਾਲ ਜੋ ਮੇਰੀ ਪੁਰਾਣੀ ਸੰਗਤ ਸੀ ਮੇਰੀ ਟੁੱਟ ਚੁੱਕੀ ਸੀ ਅਤੇ ਹੌਲੀ ਮੈਨੂੰ ਚੰਗੀ ਸੰਗਤ ਦਾ ਮੇਰੇ ਨਾਲ ਮਿਲਾਪ ਹੋ ਗਈ ਸ਼ੁਰੂ। ਅਤੇ ਮੈਂ ਉਸ ਤੋਂ ਬਾਅਦ ਗੁਰੂ ਘਰ ਜਾਣਾ ਸ਼ੁਰੂ ਕਰ ਦਿੱਤਾ, ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਅਤੇ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਸਿਰ 'ਤੇ ਰੁਮਾਲ ਲੈ ਕੇ ਜਾਇਆ ਕਰਨਾ ਸੀ, ਉਸ ਤੋਂ ਬਾਅਦ ਮੈਨੂੰ ਹੋਰ ਇੱਕ ਫੀਲ ਹੋਣ ਲੱਗ ਗਿਆ ਦਸਤਾਰ ਬੰਨ੍ਹੀ ਦੇ ਕੇ ਸਿਰਾਂ ਦੇ ਉੱਤੇ। ਤਾਂ ਫਿਰ ਮੈਂ ਹੌਲੀ ਆਪਣੀ ਮਾਤਾ ਜੀ ਨੂੰ ਕਿਹਾ, ਪੁਰਾਣਾ ਪਰਨਾ ਲੈ ਕੇ ਮੈਂ ਆਪਣੇ 'ਤੇ ਬੰਨ੍ਹਣਾ ਸ਼ੁਰੂ ਕੀਤਾ। ਉਹ ਹੌਲੀ ਮੇਰੇ ਰੰਗ ਚੜ੍ਹਦਾ ਗਿਆ ਅਤੇ ਉਸ ਪਰਨੇ ਨੇ ਅਤੇ ਉਸ ਸਰੂਪ ਨੇ ਮੇਰੀ ਜ਼ਿੰਦਗੀ ਨੂੰ ਵੈਸੇ ਹੀ ਬਦਲ ਦਿੱਤਾ ਸੀ। ਕਿਉਂ ਜਦੋਂ ਕਿਤੇ ਮੈਨੂੰ ਨਸ਼ੇ ਦੀ ਲੱਤ ਲੱਗਣੀ ਜਾਂ ਕਿਤੇ ਮੇਰੇ ਮਨ ਨੇ ਕਿਤੇ ਮੈਨੂੰ ਉਹ ਚੀਜ਼ ਨੂੰ ਮੰਗਣਾ ਅਤੇ ਮੈਂ ਉਦੋਂ ਗੁਰੂ ਸਾਹਿਬ ਦੀ ਜੋ ਮੇਰੀ ਦਸਤਾਰ ਸੀ ਮੇਰੇ ਉਸ ਟਾਈਮ ਦੇ ਵਿੱਚ ਮੇਰੇ ਸਿਰ ਦੇ ਉੱਤੇ ਲਈ, ਤਾਂ ਮੈਂ ਉਸ ਚੀਜ਼ ਦੀ ਕਦਰ ਕਰਨੀ ਵੀ ਲੋਕ ਮੇਰੇ ਬਾਰੇ ਕੀ ਕਹਿਣਗੇ, ਵੀ ਮੈਂ ਸਰਦਾਰ ਹੋ ਕੇ ਸਿਗਰਟ ਪੀਵਾਂ ਜਾਂ ਮੈਂ ਕੋਈ ਨਸ਼ਾ ਕਰਾਂ, ਵੀ ਮੇਰੇ 'ਤੇ ਕੋਈ ਟਿੱਪਣੀ ਨਾ ਕਰਨ, ਵੀ ਕੋਈ ਗੁਰੂ ਸਾਹਿਬ ਦੇ ਉੱਤੇ ਕੋਈ ਇਹੋ ਜਿਹੀ ਦਾਗ ਨਾ ਲੱਗ ਜਾਵੇ। ਸੋ ਗੁਰੂ ਸਾਹਿਬ ਨੇ ਇਹੋ ਜਿਹੀ ਕਿਰਪਾ ਕੀਤੀ ਵੀ ਮੈਨੂੰ ਸੰਗਤ ਮਿਲਦੀ ਗਈ ਅਤੇ ਮੇਰੇ 'ਤੇ ਰੰਗ ਚੜ੍ਹਦਾ ਗਿਆ। ਕਹਿੰਦੇ ਬਿਨ ਭਾਗਾਂ ਸਤਸੰਗ ਨਾ ਲੱਭੇ। ਸੰਗਤ ਦੇ ਨਾਲ ਜਾਣੀ ਕਿ ਉਸ ਮੇਰੇ ਜੀਵਨ ਦੇ ਉੱਤੇ ਬਹੁਤ ਸੋਝੀ ਪਈ। ਕਿੰਨਾ ਕੁ ਟਾਈਮ ਵਿੱਚ ਤੁਸੀਂ ਜਿਹੜਾ ਇਹ ਲੱਗਿਆ ਵਿੱਚ ਆਪਣੇ ਆਪ ਨੂੰ ਸੁਧਾਰਨ? ਸਮਾਂ ਜੀ ਮੇਰੇ 'ਤੇ ਤਕਰੀਬਨ ਮਹਾਰਾਜ ਨੇ ਵੀ 1 ਸਾਲ ਦੇ ਵਿੱਚ ਪੂਰੀ ਕਿਰਪਾ ਕਰ ਦਿੱਤੀ ਸੀਗੀ। 1 ਸਾਲ ਤੋਂ ਬਾਅਦ ਮੈਂ ਆਪਣੇ ਸਿੱਖੀ ਸਰੂਪ ਦੇ ਵਿੱਚ ਆਇਆ। ਮੈਂ ਪੱਗ ਬੰਨ੍ਹਣੀ ਸ਼ੁਰੂ ਕੀਤੀ, ਦਾੜੀ ਕੇਸ ਰੱਖਣੇ ਸ਼ੁਰੂ ਕੀਤੇ। ਸੋ ਮੈਨੂੰ ਲੋਕਾਂ ਨੇ ਬਹੁਤ ਟਿੱਪਣੀਆਂ ਵੀ ਕੀਤੀਆਂ, ਯਾਰ ਤਨਵੀਰ ਇਹ ਕੀ ਗੱਲ ਹੋ ਗਈ ਵੀ ਤੂੰ ਸਰਦਾਰ ਪੱਗ ਕਿਵੇਂ ਤੂੰ ਰੱਖ ਲੇਗਾ ਇਹ। ਅਤੇ ਉਸ ਟਾਈਮ ਦੇ ਵਿੱਚ ਮੈਨੂੰ ਵੀ ਹੁੰਦਾ ਸੀਗਾ ਕਿ ਟੋਕਣ ਵਾਲੇ ਸਾਨੂੰ ਬਹੁਤ ਮਿਲਦੇ ਆ, ਸਾਨੂੰ ਸੁਧਾਰਨ ਵਾਲੇ ਘੱਟ ਅਤੇ ਵਿਗਾੜਨ ਵਾਲੇ ਵੱਧ ਮਿਲਦੇ ਆ। ਸੋ ਉਸ ਟਾਈਮ ਦੇ ਵਿੱਚ ਜੋ ਉਹ ਟਾਈਮ ਦਾ ਮਾਹੌਲ ਸੀਗਾ, ਉਸ ਮਾਹੌਲ ਨੂੰ ਮੈਂ ਕ੍ਰੀਏਟ ਕੀਤਾ। ਅਤੇ ਮੈਂ ਸਾਡੀ ਇੱਕ ਬੀਬੀ ਸਾਡੀ ਨਾਨੀ ਜੀ ਅਤੇ ਉਹਨਾਂ ਨੇ ਸਾਨੂੰ ਪ੍ਰੇਰਿਤ ਕੀਤਾ। ਮੇਰੀ ਸਿਸਟਰ ਨੂੰ ਸਾਖੀਆਂ ਦਿੱਤੀਆਂ ਅਤੇ ਸਿਸਟਰ ਨੇ ਵੀ ਮੈਨੂੰ ਪ੍ਰੇਰਨਾ ਸ਼ੁਰੂ ਕਰ ਦਿੱਤਾ ਇਸ ਚੀਜ਼ ਦੇ ਵਿੱਚ। ਅਤੇ ਹੌਲੀ ਮੈਂ ਪਾਠ ਕਰਨ ਲੱਗਿਆ। ਮੈਂ ਪਹਿਲੀ ਪੌੜੀ ਦਾ ਪਾਠ ਕਰਨਾ ਸ਼ੁਰੂ ਕੀਤਾ, ਫਿਰ ਮੈਂ 5 ਬਾਣੀਆਂ ਦਾ 5 ਪੌੜੀਆਂ ਦਾ ਮੈਂ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੇ 'ਤੇ ਮਹਾਰਾਜ ਨੇ ਇੱਕ ਕਿਰਪਾ ਕੀਤੀ ਅਤੇ ਮੈਂ ਆਪਣੇ ਜੀਵਨ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਗੁਰੂ ਬਾਣੀ ਨਾਲ ਜੁੜੇ ਅਤੇ ਉਹਦੇ ਨਾਲ ਜੋ ਹੈ ਇਸ ਚੀਜ਼ ਨੂੰ ਕੰਟਰੋਲ ਕੀਤਾ, ਨਸ਼ੇ ਨੂੰ। ਅੱਜ ਜਿਹੜੇ ਨਸ਼ਾ ਮੁਕਤੀ ਕੇਂਦਰ ਤਾਂ ਅਸੀਂ ਦੇਖਦੇ ਹਾਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ, ਅਤੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਮਤਲਬ ਉਸ ਜਾਂ ਦਵਾਈਆਂ ਖਾ ਕੇ ਨਸ਼ੇ ਨੂੰ ਛੱਡਿਆ ਜਾ ਸਕਦਾ ਹੈ ਜਾਂ ਕੋਈ ਇਸ ਤਰ੍ਹਾਂ ਦਾ ਰਾਹ ਜਿਹੜਾ ਤੁਸੀਂ ਚੁਣਿਆ ਉਹ ਵੀ ਜੋ ਹੈ ਕਾਰਗਰ ਸਾਬਿਤ? ਜੀ ਅੱਜ ਦਾ ਮੈਂ ਜੋ ਆਪਣੇ ਨਸ਼ੇ ਦੀ ਗੱਲ ਕਰਦਾ, ਮੈਂ ਦੇਖੋ ਜੀ ਨਸ਼ੇ ਕਰਨ ਵਾਲਿਆਂ ਕੋਲੇ ਬਹਾਨੇ ਨੇ। ਜੋ ਨਸ਼ਾ ਛਡਾਉਂਦੇ ਆ ਉਹ ਵੀ ਤਾਂ ਨਸ਼ਾ ਹੀ ਦਿੰਦੇ ਆ ਨਾ। ਉਹ ਇੱਕ ਨਸ਼ੇ ਤੋਂ ਹਟਾ ਕੇ ਦੂਜੇ ਨਸ਼ੇ 'ਤੇ ਲਾਉਣ ਦੀ ਕੋਸ਼ਿਸ਼ ਕਰਦੇ ਆ ਵੀ ਹੌਲੀ ਇਹਨੂੰ ਅਸੀਂ ਘਟਾਉਣਾ ਸ਼ੁਰੂ ਕਰ ਦਾਂਗੇ। ਸਿੱਧਾ ਤਾਂ ਕਹਿ ਨਹੀਂ ਸਕਦੇ ਵੀ ਤੁਸੀਂ ਘੱਟ ਖਾਣਾ ਸ਼ੁਰੂ ਕਰੋ। ਸੋ ਉਹ ਚੀਜ਼ ਦੀ ਜੋ ਉਹਨਾਂ ਨੂੰ ਮਿਲਦੀ ਸੀ ਨਸ਼ੇ ਦੀ ਤੋੜ ਜਾਂ ਉਹਦੀ ਦਵਾਈ ਮਿਲਦੀ ਸੀ, ਉਹ ਚੀਜ਼ 'ਤੇ ਉਹਨੂੰ ਟਰਾਂਸਫਰ ਕੀਤਾ ਜਾਂਦਾ ਵਾ। ਸੋ ਜਿਹੜਾ ਮਨ ਆ ਸਾਡਾ, ਮਨ ਕਿੱਦਾਂ ਮਰਦਾ ਵਾ, ਜੋ ਮਹਾਰਾਜ ਨੇ ਸਾਡੇ 'ਤੇ ਕਿਰਪਾ ਕਰਨੀ ਆ ਉਹ ਬਹੁਤ ਛੇਤੀ ਹੋਣੀ ਆ। ਨਸ਼ੇ ਛੱਡਣ ਵਾਲੇ ਕੋਲ ਤਾਂ ਸਿਰਫ ਜੀ ਬਹਾਨੇ ਨੇ। ਨਸ਼ਾ 1 ਮਿੰਟ 'ਚ ਛੱਡਿਆ ਜਾਂਦਾ, ਪਰ ਸਾਡੀ ਇੱਕ ਚਾਹ ਹੋਣੀ ਚਾਹੀਦੀ ਆ, ਸਾਡੀ ਇੱਕ ਤਮੰਨਾ ਹੋਣੀ ਚਾਹੀਦੀ ਆ, ਸਾਡਾ ਇੱਕ ਵਾਈ ਕਲੀਅਰ ਹੋਣਾ ਚਾਹੀਦਾ ਵੀ ਅਸੀਂ ਨਸ਼ਾ ਛੱਡਣਾ ਕਿਉਂ ਆ, ਇੱਕ ਕਾਰਨ ਹੋਣਾ ਚਾਹੀਦਾ। ਸੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਸ਼ੀਸ਼ੇ 'ਚ ਖੜ੍ਹ ਕੇ ਦੇਖਿਆ ਜਦੋਂ ਆਪਣੇ ਮੈਂ ਪਹਿਲੇ ਰੂਪ ਨੂੰ, ਅਤੇ ਜੋ ਬਾਅਦ ਵਾਲੇ ਨੂੰ ਦੇਖਿਆ ਤਾਂ ਉਹਦੇ ਵਿੱਚ ਇੱਕ ਇੰਨਾ ਆਨੰਦ ਸੀ। ਅਤੇ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਵੀ ਮੇਰੀ ਸੰਸਾਰ ਦੇ ਵਿੱਚ ਇੰਨੀ ਕੁ ਇੱਜ਼ਤ ਸੋਭਾ ਹੋਈ। ਸੋ ਤੁਹਾਨੂੰ ਪਤਾ ਵੀ ਨਸ਼ੇ ਕਰਨ ਵਾਲੇ ਬੰਦੇ ਨਾਲ ਕੋਈ ਛੇਤੀ ਕਿਤੇ ਨਾ ਕੋਈ ਸਲਾਹ ਕਰਦਾ ਨਾ ਕੋਈ ਗੱਲ ਕਰਦਾ। ਸੋ ਜਦੋਂ ਸਾਡੇ 'ਤੇ ਇੱਦਾਂ ਦਾ ਕਿਤੇ
ਅਸੀਂ ਬੇਇੱਜ਼ਤੀ ਮਹਿਸੂਸ ਕਰਨੀ ਉਹ ਚੀਜ਼ ਦੇ ਉੱਤੇ, ਜਾਂ ਕਿਤੇ ਆ ਕੇ ਸਾਨੂੰ ਲੱਗਣਾ ਯਾਰ ਸਾਡੀ ਯਾਰ ਬੰਦਾ ਕੇਅਰ ਨਹੀਂ ਕਰਦਾ, ਜਾਂ ਘਰ ਦੇ ਵੀ ਨਹੀਂ ਪੁੱਛਦੇ, ਉਹਨੂੰ ਪਤਾ ਹੈਗਾ ਨਸ਼ਾ ਕੀਤਾ, ਇਹਦੇ ਨਾਲ ਕੀ ਸਲਾਹ ਕਰਨੀ ਆ। ਸੋ ਉਹ ਚੀਜ਼ ਨੂੰ ਸਾਨੂੰ ਵੀਰਾਂ ਨੂੰ ਸੋਚਣਾ ਚਾਹੀਦਾ ਵੀ ਸਾਡੀ ਇੱਜ਼ਤ ਸਮਾਜ ਦੇ ਵਿੱਚ ਘਟਦੀ ਆ ਉਸ ਚੀਜ਼ ਨਾਲ, ਵੀ ਤੁਸੀਂ ਉਹ ਚੀਜ਼ ਨੂੰ ਛੱਡੋ ਜਿਹਦੇ ਨਾਲ ਸਾਡੀ ਕਦਰ ਘਟਦੀ ਆ। ਦੇਖੋ ਬਹਾਨੇ ਨਾ ਲਾਓ, ਬਹਾਨੇ ਲਾਉਣ ਦੀ ਅੱਜ ਲੋੜ ਨਹੀਂ ਹੈਗੀ। ਨਸ਼ਾ ਤੁਸੀਂ ਆਪਣੇ ਲਈ ਛੱਡਣਾ, ਨਾ ਕਿ ਆਪਣੇ ਪਰਿਵਾਰ ਲਈ ਆ। ਜ਼ਿੰਦਗੀ ਤੁਹਾਡੀ ਖਰਾਬ ਹੋ ਰਹੀ ਆ, ਨਾ ਕਿਸੇ ਦੀ ਹੋ ਰਹੀ ਆ। ਤੁਸੀਂ ਕੀ ਅੱਖਾਂ ਮੀਚ ਜਾਓਗੇ, ਫੇਰ ਉਹੀ ਜੰਮਣ ਮਰਨ ਦੇ ਵਿੱਚ ਪੈ ਜਾਾਂਗੇ। ਸੋ ਇਹ ਵੀਰਾਂ ਨੂੰ ਇੱਕ ਬੇਨਤੀ ਹੱਥ ਜੋੜ ਕੇ ਵੀ ਸਿਰਫ ਨਸ਼ੇ ਦਾ ਬਹਾਨਾ ਨਾ ਕਰੋ, ਇਹਨੂੰ ਛੱਡੋ। ਇੱਕ ਤੁਹਾਡਾ ਕਾਰਨ ਹੋਣਾ ਚਾਹੀਦਾ, ਤੁਹਾਡੀਆਂ ਜ਼ਿੰਮੇਵਾਰੀਆਂ ਹੋਣੀਆਂ ਚਾਹੀਦੀਆਂ ਨੇ ਵੀ ਅਸੀਂ ਇੱਕ ਜ਼ਿੰਮੇਵਾਰ ਬਣਨਾ ਵਾ। ਸੋ ਮੈਂ ਉਹ ਜ਼ਿੰਮੇਵਾਰੀਆਂ ਦੇ ਵਿੱਚ ਲੰਘਿਆ ਜੋ ਨਿਭਾਈਆਂ, ਤੋਂ ਮਹਾਰਾਜ ਨੇ ਉਹ ਮੇਰੇ ਕੋਲੋਂ ਆਪੀ ਕਾਰਜ ਸਵੱਲਰੇ ਕਰਾਏ। ਸੋ ਅੱਜ ਮਹਾਰਾਜ ਨੇ ਮਾਣ ਵੀ ਦਿੱਤਾ ਹੋਇਆ, ਲੱਖੀ ਕਰੋੜੀ ਇੱਕ ਪਾਸੇ ਰੱਖ ਦਿਓ ਤੇ ਮਾਨ ਸਨਮਾਨ ਜਿਹੜਾ ਦੇਣਾ ਵਾ ਤੇ ਉਹ ਵੱਖਰਾ ਵਾ। ਸੋ ਮੈਂ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੀ ਸੋਚ ਨੂੰ ਬਦਲੋ, ਇਹ ਯਾਰਾਂ ਦੋਸਤਾਂ ਨੂੰ ਛੱਡੋ। ਜਿਹੜਾ ਤੁਹਾਡਾ ਹੱਥ ਫੜ ਕੇ ਗਲਾਸ ਥੱਲੇ ਰੱਖਦਾ ਤੁਹਾਡਾ ਦੋਸਤ ਅੱਜ ਦੇ ਟਾਈਮ ਦੇ ਵਿੱਚ, ਜਿਹੜਾ ਹੱਥ ਚੱਕ ਕੇ ਤੁਹਾਨੂੰ ਕੋਈ ਸ਼ਰਾਬ ਫੜਾਉਂਦਾ ਨਾ ਹੱਥ 'ਚ, ਉਹ ਤੁਹਾਡਾ ਦੁਸ਼ਮਣ ਆ। ਉਹ ਅੱਜ ਵੀ ਆ ਤੇ ਕੱਲ੍ਹ ਵੀ ਆ। ਸੋ ਉਹ ਤੁਹਾਡੇ ਨਾਲ ਸਵਾਰਥ ਦੇ ਨਾਲ ਜੁੜੇ ਹੋਏ ਆ, ਉਹਨਾਂ ਨਾਲ ਕੋਈ ਪਿਆਰ ਨਹੀਂ। ਜਦੋਂ ਤੁਸੀਂ ਸੰਸਾਰ 'ਚੋਂ ਚਲੇ ਗਏ ਨਾ, ਬਾਅਦ 'ਚ ਉਹਨਾਂ ਨੇ ਵੀ ਤੁਹਾਨੂੰ ਗਾਲਾਂ ਹੀ ਕੱਢਣੀਆਂ ਨੇ। ਸੋ ਮੈਂ ਕਹਿੰਦਾ ਆਪਣੀ ਜ਼ਿੰਦਗੀ ਨੂੰ ਬਦਲੋ। ਸੰਸਾਰ 'ਚ ਆਏ ਹੋ, ਜੋ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਨੇ, ਦੱਸੇ ਹੋਏ ਸਿਧਾਂਤ ਆ, ਉਹਨਾਂ ਦੇ ਉੱਤੇ ਤੁਸੀਂ ਪੂਰਨੇ ਚੜੋ। ਤੁਸੀਂ ਆਪਣੇ ਜੀਵਨ ਨੂੰ ਸੁਧਾਰੋ ਤੇ ਆਪਣੇ ਘਰ ਨੂੰ ਮੁੜੋ, ਜੋ ਮਹਾਰਾਜ ਨੇ ਸਾਨੂੰ ਦਾਤ ਦਿੱਤੀ ਆ। ਸਿੱਖੀ ਨੂੰ ਸੰਭੋ ਤੇ ਮਹਾਰਾਜ ਨੇ ਤੁਹਾਡੇ ਤੇ ਆਪਣੀ ਕਿਰਪਾ ਕਰਦੀ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਤੁਸੀਂ ਦੇਖਿਆ ਜੀ, ਤਨਵੀਰ ਸਿੰਘ ਜੀ ਨੇ ਇੱਕ ਬਹੁਤ ਅੱਛਾ ਸੰਦੇਸ਼ ਦਿੱਤਾ, ਕਿਉਂਕਿ ਇਹ ਨਸ਼ਾ ਕਰਦੇ ਸੀ ਔਰ ਕਿਸ ਤਰ੍ਹਾਂ ਇਹਨਾਂ ਨੇ ਗੁਰੂ ਦੇ ਲੜ ਲਾ ਕੇ ਨਸ਼ੇ ਨੂੰ ਤਿਆਗ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਤਿਆਗਣਾ ਕੋਈ ਵੱਡੀ ਗੱਲ ਨਹੀਂ ਹੈ, ਲੇਕਿਨ ਆਪਣੇ ਮਨ ਵਿੱਚ ਇੱਕ ਵਿਸ਼ਵਾਸ ਹੋਣਾ ਚਾਹੀਦਾ ਹੈ। ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜਾ ਨਸ਼ਾ ਕਰਦੇ ਨੇ, ਅਗਰ ਉਹ ਚਾਹਣ ਤਾਂ ਉਹ ਵੀ ਜੋ ਹੈ ਨਸ਼ਾ ਛੱਡ ਸਕਦੇ ਨੇ। ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਮੈਂ ਕੁਲਵੀਰ ਰਾਹੀ, ਦਾ TV NRI।